ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਵਿਆਕਰਣ ਕਾਰਕ ਬਾਰੇ ਗੱਲਬਾਤ ਕਰਾਂਗੇ। ਸੋ ਸਾਡਾ ਅੱਜ ਦਾ ਵਿਸ਼ਾ ਹੈ ਕਾਰਕ। ਕਾਰਕ ਕੀ ਹੈ? ਕਿਸੇ ਵਾਕ ਵਿੱਚ ਨਾਮ ਜਾਂ ਪੜਨਾਮ ਦਾ ਸੰਬੰਧ ਆਪਣੇ ਵਾਕ ਦੀ ਕਿਰਿਆ ਨਾਲ ਜਾਂ ਵਾਕ ਦੇ ਹੋਰਨਾਂ ਸ਼ਬਦਾਂ ਨਾਲ ਦੱਸਣ ਵਾਲੇ ਰੂਪਾਂ ਨੂੰ ਕਾਰਕ ਆਖਦੇ ਹਨ। ਭਾਵ ਵਾਕ ਵਿੱਚ ਨਾਮ ਜਾਂ ਪੜਨਾਮ ਦਾ ਕਿਰਿਆ ਨਾਲ ਜੋ ਸੰਬੰਧ ਹੁੰਦਾ ਹੈ ਉਸ ਨੂੰ ਕਾਰਕ ਕਿਹਾ ਜਾਂਦਾ ਹੈ। ਜਿਵੇਂ ਪਹਿਲਾ ਵਾਕ ਹੈ, ਹਰਬੀਰ ਨੇ ਗੁਰਬੀਰ ਨੂੰ ਤੋਹਫਾ ਦਿੱਤਾ। ਇਸ ਵਾਕ ਵਿੱਚ ਤੋਹਫਾ ਦਿੱਤਾ ਕਿਰਿਆ ਹੈ ਅਤੇ ਇਸ ਕਿਰਿਆ ਦਾ ਹਰਬੀਰ ਤੇ ਗੁਰਬੀਰ ਨਾਲ ਸੰਬੰਧ ਹੈ। ਇਹ ਸੰਬੰਧ ਵਾਕ ਵਿੱਚ ਵਰਤੇ ਸ਼ਬਦ ਰੂਪ ਨੇ ਨਾਲ ਪ੍ਰਗਟ ਹੁੰਦਾ ਹੈ। ਨੇ ਕਾਰਕ ਚਿੰਨ੍ਹ ਜਾਂ ਸੰਬੰਧਕੀ ਚਿੰਨ੍ਹ ਹੈ। ਦੂਸਰਾ ਵਾਕ ਹੈ, ਉਸ ਨੇ ਕੰਮ ਕੀਤਾ। ਇਸ ਵਾਕ ਵਿੱਚ ਨੇ ਕਾਰਕ ਚਿੰਨ੍ਹ ਜਾਂ ਸੰਬੰਧਕੀ ਚਿੰਨ੍ਹ ਹੈ। ਤੀਸਰਾ ਵਾਕ ਹੈ, ਲੱਕੜਹਾਰੇ ਨੇ ਕੁਹਾੜੇ ਨਾਲ ਲੱਕੜ ਨੂੰ ਕੱਟਿਆ। ਇਸ ਵਾਕ ਵਿੱਚ ਲੱਕੜਹਾਰਾ, ਕੁਹਾੜਾ ਅਤੇ ਲੱਕੜ ਤਿੰਨ ਨਾਮ ਹਨ ਅਤੇ ਤਿੰਨਾਂ ਦੀ ਸਥਿਤੀ ਵੱਖਰੀ ਵੱਖਰੀ ਹੈ। ਲੱਕੜਹਾਰੇ ਨੇ ਕਿਰਿਆ ਕੀਤੀ ਹੈ। ਇਹ ਕਿਰਿਆ ਵਾਪਰੀ ਹੈ ਲੱਕੜ ਉੱਤੇ ਅਤੇ ਕਿਰਿਆ ਕੁਹਾੜੇ ਰਾਹੀਂ ਕੀਤੀ ਗਈ ਹੈ। ਇਸ ਤਰ੍ਹਾਂ ਹਰ ਨਾਮ ਦਾ ਆਪੋ ਆਪਣਾ ਸੌਂਪਿਆ ਕੰਮ ਹੈ। ਇਸ ਸੌਂਪੇ ਹੋਏ ਕੰਮ ਨੂੰ ਹੀ ਕਾਰਕ ਕਿਹਾ ਜਾਂਦਾ ਹੈ। ਕਾਰਕ ਦੇ ਦ੍ਰਿਸ਼ਟੀਕੋਣ ਤੋਂ ਵਾਕ ਦਾ ਕੇਂਦਰੀ ਧੁਰਾ ਕਿਰਿਆ ਹੈ। ਇਸ ਤਰ੍ਹਾਂ ਹਰ ਨਾਮ ਸ਼ਬਦ ਦਾ ਕੋਈ ਨਾ ਕੋਈ ਕਾਰਕੀ ਸੰਬੰਧ ਹੁੰਦਾ ਹੈ। ਭਾਸ਼ਾ ਦੇ ਜਿਹੜੇ ਚਿੰਨ੍ਹਾਂ ਰਾਹੀਂ ਕਾਰਕੀ ਸੰਬੰਧ ਦਰਸਾਏ ਜਾਂਦੇ ਹਨ ਉਹਨਾਂ ਨੂੰ ਕਾਰਕੀ ਚਿੰਨ੍ਹ ਕਿਹਾ ਜਾਂਦਾ ਹੈ। ਕਾਰਕੀ ਚਿੰਨ੍ਹ ਦੋ ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਹੈ ਸੰਬੰਧਕ ਅਤੇ ਦੂਜਾ ਹੈ ਕਾਰਕੀ ਪਿਛੇਤਰ। ਵਾਕ ਵਿੱਚ ਕਾਰਕ ਦੀ ਬਣਤਰ ਨੂੰ ਸ਼ਬਦ ਕਰਮ, ਸੰਬੰਧਕਾਂ ਨੇ, ਨੂੰ, ਦਾ, ਨਾਲ, ਤੋਂ ਆਦਿ ਰਾਹੀਂ ਉਜਾਗਰ ਕੀਤਾ ਜਾਂਦਾ ਹੈ ਜਾਂ ਪਿਛੇਤਰ ਮਾਤਰਾਵਾਂ ਈ ਜਾਂ ਓ ਰਾਹੀਂ ਉਜਾਗਰ ਕੀਤਾ ਜਾਂਦਾ ਹੈ। ਦੇਖਦੇ ਹਾਂ ਕਿਵੇਂ। ਪਹਿਲਾ ਵਾਕ ਹੈ, ਪਿਤਾ ਜੀ ਦਿੱਲੀ ਤੋਂ ਆਏ। ਦੂਜਾ ਵਾਕ ਹੈ, ਪਿਤਾ ਜੀ ਦਿੱਲੀਓਂ ਆਏ। ਪਹਿਲੇ ਵਾਕ ਵਿੱਚ ਤੋਂ ਕਾਰਕੀ ਚਿੰਨ੍ਹ ਸੰਬੰਧਕ ਹੈ ਅਤੇ ਦੂਜੇ ਵਾਕ ਵਿੱਚ ਦਿੱਲੀਓਂ ਦਾ ਪਿਛੇਤਰ ਉਹ ਕਾਰਕੀ ਪਿਛੇਤਰ ਹੈ। ਇੱਕ ਹੋਰ ਉਦਾਹਰਨ ਹੈ। ਪਹਿਲਾ ਵਾਕ ਹੈ, ਉਸਨੇ ਕੰਨਾਂ ਵਿੱਚ ਸੋਨੇ ਦੀਆਂ ਵਾਲੀਆਂ ਪਾਈਆਂ ਹੋਈਆਂ ਸਨ। ਦੂਸਰਾ ਵਾਕ ਹੈ, ਉਸਨੇ ਕੰਨੀ ਸੋਨੇ ਦੀਆਂ ਵਾਲੀਆਂ ਪਾਈਆਂ ਹੋਈਆਂ ਸਨ। ਪਹਿਲੇ ਵਾਕ ਵਿੱਚ ਕਾਰਕੀ ਚਿੰਨ੍ਹ ਸੰਬੰਧਕ ਹੈ ਵਿੱਚ। ਦੂਸਰੇ ਵਾਕ ਵਿੱਚ ਕੰਨੀ ਦਾ ਪਿਛੇਤਰ ਈ ਕਾਰਕੀ ਪਿਛੇਤਰ ਹੈ। ਸੋ ਜਿਨ੍ਹਾਂ ਚਿੰਨ੍ਹਾਂ ਦੁਆਰਾ ਸੰਬੰਧ ਪ੍ਰਗਟ ਹੁੰਦੇ ਹਨ ਉਹਨਾਂ ਨੂੰ ਕਾਰਕੀ ਚਿੰਨ੍ਹ ਕਿਹਾ ਜਾਂਦਾ ਹੈ। ਹੁਣ ਅਸੀਂ ਗੱਲ ਕਰਾਂਗੇ ਕਾਰਕ ਰੂਪ ਬਾਰੇ। ਕਾਰਕ ਰੂਪ ਕੀ ਹੈ? ਕਾਰਕ ਚਿੰਨ੍ਹ ਲੱਗਣ ਨਾਲ ਨਾਮ ਜਾਂ ਪੜਨਾਮ ਦੇ ਰੂਪਾਂ ਵਿੱਚ ਜੋ ਤਬਦੀਲੀ ਆਉਂਦੀ ਹੈ
ਉਸਨੂੰ ਕਾਰਕ ਰੂਪ ਆਖਦੇ ਹਨ। ਜਿਵੇਂ ਸਾਡੇ ਕੋਲ 3 ਵਾਕ ਹਨ। ਪਹਿਲਾ ਹੈ ਮੁੰਡਾ ਇਮਤਿਹਾਨ ਪਾਸ ਕਰ ਗਿਆ। ਦੂਸਰਾ ਵਾਕ ਹੈ ਮੁੰਡੇ ਨੇ ਇਮਤਿਹਾਨ ਪਾਸ ਕਰ ਲਿਆ। ਤੀਸਰਾ ਵਾਕ ਹੈ ਮੁੰਡਿਆਂ ਨੇ ਇਮਤਿਹਾਨ ਪਾਸ ਕਰ ਲਿਆ ਹੈ। ਪਹਿਲੇ ਵਾਕ ਵਿੱਚ ਨਾਮ ਸ਼ਬਦ ਮੁੰਡਾ ਇੱਕ ਵਚਨ ਹੈ ਅਤੇ ਇਸ ਵਾਕ ਵਿੱਚ ਮੁੰਡਾ ਸ਼ਬਦ ਨਾਲ ਕੋਈ ਵੀ ਸੰਬੰਧਕੀ ਚਿੰਨ੍ਹ ਨਹੀਂ ਲੱਗਾ। ਦੂਸਰੇ ਵਾਕ ਵਿੱਚ ਨਾਮ ਸ਼ਬਦ ਮੁੰਡੇ ਇੱਕ ਵਚਨ ਹੈ, ਪਰ ਇਸ ਵਾਕ ਵਿੱਚ ਮੁੰਡੇ ਸ਼ਬਦ ਤੋਂ ਬਾਅਦ ਨੇ ਸੰਬੰਧਕੀ ਚਿੰਨ੍ਹ ਲੱਗਾ ਹੈ, ਜਿਸ ਕਰਕੇ ਨਾਮ ਦਾ ਰੂਪ ਮੁੰਡਾ ਤੋਂ ਬਦਲ ਕੇ ਮੁੰਡੇ ਹੋ ਗਿਆ ਹੈ। ਤੀਸਰੇ ਵਾਕ ਵਿੱਚ ਨਾਮ ਸ਼ਬਦ ਮੁੰਡਿਆਂ ਬਹੁਵਚਨ ਹੈ ਅਤੇ ਮੁੰਡਿਆਂ ਸ਼ਬਦ ਨਾਲ ਨੇ ਸੰਬੰਧਕੀ ਚਿੰਨ੍ਹ ਲੱਗਾ ਹੈ। ਇਹਨਾਂ ਤਿੰਨਾਂ ਵਾਕਾਂ ਵਿੱਚ ਨਾਮ ਦੇ ਜੋ ਰੂਪ ਬਦਲੇ ਹਨ ਉਸ ਨੂੰ ਕਾਰਕ ਰੂਪ ਕਿਹਾ ਜਾਂਦਾ ਹੈ। ਕਾਰਕ ਰੂਪ 4 ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਹੈ ਸਧਾਰਨ ਰੂਪ, ਦੂਸਰਾ ਹੈ ਸੰਬੰਧਕੀ ਰੂਪ, ਤੀਸਰਾ ਹੈ ਸਮਲਿਤ ਸੰਬੰਧਕੀ ਰੂਪ ਅਤੇ ਚੌਥਾ ਹੈ ਸੰਬੋਧਨ ਰੂਪ। ਹੁਣ ਆਪਾਂ ਇਹਨਾਂ ਚਾਰੇ ਕਾਰਕ ਰੂਪਾਂ ਬਾਰੇ ਗੱਲਬਾਤ ਕਰਾਂਗੇ। ਪਹਿਲਾ ਕਾਰਕ ਰੂਪ ਹੈ ਸਧਾਰਨ ਰੂਪ। ਜਿਸ ਵਾਕ ਵਿੱਚ ਕੋਈ ਕਾਰਕ ਚਿੰਨ੍ਹ ਜਾਂ ਸੰਬੰਧਕੀ ਚਿੰਨ੍ਹ ਪ੍ਰਗਟ ਜਾਂ ਲੁਪਤ ਰੂਪ ਵਿੱਚ ਨਾ ਲੱਗਾ ਹੋਵੇ ਉਸ ਨੂੰ ਸਧਾਰਨ ਰੂਪ ਆਖਦੇ ਹਨ। ਜਿਵੇਂ ਪਹਿਲਾ ਵਾਕ ਹੈ ਬੱਚੇ ਖੇਡਦੇ ਹਨ। ਇਸ ਵਾਕ ਵਿੱਚ ਬੱਚੇ ਸ਼ਬਦ ਨਾਮ ਹੈ, ਖੇਡਦੇ ਹਨ ਕਿਰਿਆ ਹੈ ਅਤੇ ਵਾਕ ਵਿੱਚ ਕੋਈ ਵੀ ਕਾਰਕ ਚਿੰਨ੍ਹ ਨਹੀਂ ਲੱਗਾ ਹੋਇਆ। ਇਸ ਲਈ ਇਹ ਕਾਰਕ ਦਾ ਸਧਾਰਨ ਰੂਪ ਹੈ। ਦੂਸਰਾ ਵਾਕ ਹੈ ਪੰਛੀ ਉੱਡਦੇ ਹਨ। ਇਸ ਵਾਕ ਵਿੱਚ ਪੰਛੀ ਸ਼ਬਦ ਨਾਮ ਹੈ, ਉੱਡਦੇ ਹਨ ਕਿਰਿਆ ਹੈ ਅਤੇ ਵਾਕ ਵਿੱਚ ਕੋਈ ਵੀ ਕਾਰਕੀ ਚਿੰਨ੍ਹ ਨਹੀਂ ਲੱਗਿਆ ਹੈ। ਇਹ ਕਾਰਕ ਦਾ ਸਧਾਰਨ ਰੂਪ ਹੈ। ਦੂਸਰੀ ਕਿਸਮ ਹੈ ਸੰਬੰਧਕੀ ਰੂਪ। ਜਿਸ ਵਾਕ ਵਿੱਚ ਕੋਈ ਪ੍ਰਗਟ ਰੂਪ ਵਿੱਚ ਸੰਬੰਧਕੀ ਚਿੰਨ੍ਹ ਲੱਗਾ ਹੋਵੇ ਉਸ ਵਾਕ ਨੂੰ ਸੰਬੰਧਕੀ ਰੂਪ ਕਿਹਾ ਜਾਂਦਾ ਹੈ। ਜਿਵੇਂ ਵਾਕ ਹੈ ਅਧਿਆਪਕ ਨੇ ਚਾਕ ਨਾਲ ਬਲੈਕਬੋਰਡ ਉੱਤੇ ਲਿਖਿਆ। ਇਸ ਵਾਕ ਵਿੱਚ ਅਧਿਆਪਕ, ਚਾਕ, ਬਲੈਕਬੋਰਡ ਤਿੰਨੇ ਨਾਮ ਸ਼ਬਦ ਹਨ ਅਤੇ ਇਹਨਾਂ ਨਾਲ 3 ਸੰਬੰਧਕੀ ਚਿੰਨ੍ਹ ਲੱਗੇ ਹੋਏ ਹਨ। ਕਿਹੜੇ-ਕਿਹੜੇ? ਨੇ, ਨਾਲ, ਉੱਤੇ। ਇਸ ਕਰਕੇ ਇਹ ਕਾਰਕ ਦਾ ਸੰਬੰਧਕੀ ਰੂਪ ਹੈ। ਦੂਸਰਾ ਵਾਕ ਹੈ ਅੱਜ ਦੇ ਯੁੱਗ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ। ਇਸ ਵਾਕ ਵਿੱਚ ਦੇ, ਨੂੰ, ਦਾ ਸੰਬੰਧਕ ਲੱਗੇ ਹੋਣ ਕਰਕੇ ਇਹ ਕਾਰਕ ਦਾ ਸੰਬੰਧਕੀ ਰੂਪ ਹੈ। ਤੀਸਰੀ ਕਿਸਮ ਹੈ ਸਮਲਿਤ ਸੰਬੰਧਕੀ ਰੂਪ। ਜਿਸ ਵਾਕ ਵਿੱਚ ਕੋਈ ਸੰਬੰਧਕ ਲੁਪਤ ਰੂਪ ਵਿੱਚ ਹੋਵੇ, ਪ੍ਰਗਟ ਰੂਪ ਵਿੱਚ ਨਾ ਹੋਵੇ, ਉਸ ਨੂੰ ਸਮਲਿਤ ਸੰਬੰਧਕੀ ਰੂਪ ਕਿਹਾ ਜਾਂਦਾ ਹੈ। ਜਿਵੇਂ ਵਾਕ ਹੈ ਸਾਨੂੰ ਹੱਥੀਂ ਕੰਮ ਕਰਨਾ ਚਾਹੀਦਾ ਹੈ। ਇਸ ਵਾਕ ਵਿੱਚ ਹੱਥੀਂ ਤੋਂ ਭਾਵ ਹੱਥਾਂ ਨਾਲ। ਇਸ ਤਰ੍ਹਾਂ ਵਾਕ ਵਿੱਚ ਨਾਲ ਸੰਬੰਧਕ ਲੁਪਤ ਰੂਪ ਵਿੱਚ ਹੈ, ਪ੍ਰਗਟ ਰੂਪ ਵਿੱਚ ਨਹੀਂ। ਦੂਸਰਾ ਵਾਕ ਹੈ ਗੁਰਜੀਤ ਦਫ਼ਤਰੋਂ ਆ ਕੇ ਘਰੇ ਬੈਠ ਗਿਆ। ਇਸ ਵਾਕ ਵਿੱਚ ਦਫ਼ਤਰੋਂ ਭਾਵ ਦਫ਼ਤਰ ਤੋਂ ਅਤੇ ਘਰੇ ਭਾਵ ਘਰ ਵਿੱਚ।
ਗੁਰਜੀਤ ਦਫ਼ਤਰ ਤੋਂ ਆ ਕੇ ਘਰ ਵਿੱਚ ਬੈਠ ਗਿਆ। ਇਸ ਵਾਕ ਦੇ ਵਿੱਚ ਤੋਂ ਅਤੇ ਵਿੱਚ ਸੰਬੰਧਕ ਲੁਪਤ ਰੂਪ ਵਿੱਚ ਵਰਤੇ ਗਏ ਹਨ, ਪ੍ਰਗਟ ਰੂਪ ਵਿੱਚ ਨਹੀਂ। ਸੋ ਇਹ ਸਮਲਿਤ ਸੰਬੰਧਕੀ ਰੂਪ ਹੈ। ਚੌਥੀ ਕਿਸਮ ਹੈ ਸੰਬੋਧਨ ਰੂਪ। ਜਿਸ ਵਾਕ ਵਿੱਚ ਕਿਸੇ ਨੂੰ ਸੰਬੋਧਨ ਕੀਤਾ ਗਿਆ ਹੋਵੇ ਉਸ ਵਾਕ ਨੂੰ ਸੰਬੋਧਨ ਰੂਪ ਕਿਹਾ ਜਾਂਦਾ ਹੈ। ਜਿਵੇਂ ਓਏ ਮੁੰਡਿਓ ਗੱਲ ਸੁਣੋ। ਇਸ ਵਾਕ ਵਿੱਚ ਮੁੰਡਿਆਂ ਨੂੰ ਸੰਬੋਧਨ ਕੀਤਾ ਗਿਆ ਹੈ। ਇਹ ਕਾਰਕ ਦਾ ਸੰਬੋਧਨ ਰੂਪ ਹੈ। ਦੂਸਰਾ ਵਾਕ ਹੈ ਅੜੀਏ, ਉੱਚਾ ਨਹੀਂ ਬੋਲਣਾ ਚਾਹੀਦਾ। ਇਸ ਵਾਕ ਵਿੱਚ ਅੜੀਏ ਸ਼ਬਦ ਕਾਰਕ ਦਾ ਸੰਬੋਧਨ ਰੂਪ ਹੈ। ਸੋ ਇਹ ਸੀ ਕਾਰਕ ਰੂਪ ਅਤੇ ਕਾਰਕ ਰੂਪ ਦੀਆਂ 4 ਕਿਸਮਾਂ ਜਿਨ੍ਹਾਂ ਬਾਰੇ ਆਪਾਂ ਗੱਲਬਾਤ ਕੀਤੀ ਹੈ। ਕਾਰਕ ਦੀਆਂ 8 ਕਿਸਮਾਂ ਹੁੰਦੀਆਂ ਹਨ। ਪਹਿਲੀ ਹੈ ਕਰਤਾ ਕਾਰਕ, ਦੂਜੀ ਕਰਮ ਕਾਰਕ, ਤੀਜੀ ਕਰਨ ਕਾਰਕ, ਚੌਥੀ ਕਿਸਮ ਹੈ ਸੰਪਰਦਾਨ ਕਾਰਕ, ਪੰਜਵੀਂ ਕਿਸਮ ਹੈ ਆਪਾਦਾਨ ਕਾਰਕ। ਕਾਰਕ ਦੀ 6ਵੀਂ ਕਿਸਮ ਦਾ ਨਾਂ ਹੈ ਸੰਬੰਧ ਕਾਰਕ। 7ਵੀਂ ਕਿਸਮ ਹੈ ਅਧਿਕਰਨ ਕਾਰਕ। ਕਾਰਕ ਦੀ 8ਵੀਂ ਕਿਸਮ ਦਾ ਨਾਂ ਹੈ ਸੰਬੋਧਨ ਕਾਰਕ। ਕਾਰਕ ਦੀਆਂ ਕਿਸਮਾਂ ਬਾਰੇ ਵਿਸਥਾਰ ਪੂਰਵਕ ਗੱਲ ਕਰਨ ਤੋਂ ਪਹਿਲਾਂ ਅਸੀਂ ਕਾਰਕ ਸਾਧਨਾ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਕਾਰਕ ਸਾਧਨਾ ਦੀ ਸਹਾਇਤਾ ਨਾਲ ਅਸੀਂ ਕਾਰਕ ਦੀਆਂ ਕਿਸਮਾਂ ਨੂੰ ਵਧੇਰੇ ਆਸਾਨੀ ਨਾਲ ਸਮਝ ਸਕਦੇ ਹਾਂ। ਕਾਰਕ ਸਾਧਨਾ ਕੀ ਹੈ? ਵੱਖ-ਵੱਖ ਕਾਰਕਾਂ ਨੂੰ ਉਹਨਾਂ ਨਾਲ ਲੱਗਦੇ ਚਿੰਨ੍ਹਾਂ ਸਮੇਤ ਇੱਕ ਥਾਂ ਦਰਸਾਉਣ ਨੂੰ ਕਾਰਕ ਸਾਧਨਾ ਕਿਹਾ ਜਾਂਦਾ ਹੈ। ਹੁਣ ਅਸੀਂ ਨਾਮ ਸ਼ਬਦ ਮੁੰਡਾ ਲੈ ਕੇ ਕਾਰਕ ਦੀਆਂ ਸਾਰੀਆਂ ਕਿਸਮਾਂ ਨੂੰ ਉਹਨਾਂ ਨਾਲ ਲੱਗਦੇ ਚਿੰਨ੍ਹਾਂ ਸਮੇਤ ਇੱਕ ਥਾਂ ਦਰਸਾ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਕਾਰਕ ਦੀ ਪਹਿਲੀ ਕਿਸਮ ਹੈ ਕਰਤਾ ਕਾਰਕ। ਮੁੰਡਾ ਕਰਤਾ ਕਾਰਕ ਹੈ, ਇੱਕ ਵਚਨ ਹੈ। ਇਸ ਨਾਲ ਕੋਈ ਵੀ ਕਾਰਕੀ ਚਿੰਨ੍ਹ ਨਹੀਂ ਲੱਗਦਾ। ਜਿਵੇਂ ਆਪਾਂ ਕਹਿੰਦੇ ਹਾਂ ਮੁੰਡਾ ਜਾਂਦਾ ਹੈ, ਮੁੰਡਾ ਹੱਸਿਆ, ਮੁੰਡਾ ਰੋਟੀ ਖਾਵੇਗਾ। ਇਸ ਤਰ੍ਹਾਂ ਮੁੰਡਾ ਨਾਮ ਸ਼ਬਦ ਦੇ ਨਾਲ ਕੋਈ ਵੀ ਕਾਰਕੀ ਚਿੰਨ੍ਹ ਨਹੀਂ ਲੱਗਦਾ। ਮੁੰਡਾ ਸ਼ਬਦ ਦਾ ਬਹੁਵਚਨ ਹੈ ਮੁੰਡੇ। ਮੁੰਡੇ ਕਰਤਾ ਕਾਰਕ ਹੈ, ਇਸ ਨਾਲ ਨੇ ਕਾਰਕ ਚਿੰਨ੍ਹ ਲੱਗਦਾ ਹੈ। ਜਿਵੇਂ ਆਪਾਂ ਕਹਿੰਦੇ ਹਾਂ ਮੁੰਡੇ ਨੇ ਮਦਦ ਕੀਤੀ, ਮੁੰਡੇ ਨੇ ਕਿਤਾਬ ਪੜ੍ਹੀ। ਇਸ ਤਰ੍ਹਾਂ ਮੁੰਡੇ ਸ਼ਬਦ ਨਾਲ ਨੇ ਕਾਰਕ ਚਿੰਨ੍ਹ ਲੱਗਦਾ ਹੈ। ਕਾਰਕ ਚਿੰਨ੍ਹ ਦਾ ਕਾਰਕੀ ਰੂਪ ਅਸੀਂ ਕਹਿ ਸਕਦੇ ਹਾਂ ਇਸ ਤਰ੍ਹਾਂ ਕਿ ਜਿਹੜਾ ਕਰਤਾ ਕਾਰਕ ਹੈ ਉਸ ਦਾ ਕਾਰਕੀ ਚਿੰਨ੍ਹ ਨੇ ਹੈ, ਪਰ ਕਦੇ ਇਹ ਵਾਕ ਵਿੱਚ ਆਉਂਦਾ ਹੈ ਅਤੇ ਕਦੇ ਵਾਕ ਵਿੱਚ ਨਹੀਂ ਆਉਂਦਾ। ਕਾਰਕ ਦੀ ਦੂਸਰੀ ਕਿਸਮ ਹੈ ਕਰਮ ਕਾਰਕ। ਮੁੰਡੇ ਸ਼ਬਦ ਇੱਕ ਵਚਨ ਹੈ, ਕਾਰਕ ਚਿੰਨ੍ਹ ਹੈ ਨੂੰ, ਬਹੁਵਚਨ ਹੈ ਮੁੰਡਿਆਂ ਅਤੇ ਕਾਰਕ ਚਿੰਨ੍ਹ ਨੂੰ। ਸੋ ਕਰਮ ਕਾਰਕ ਦਾ ਕਾਰਕ ਚਿੰਨ੍ਹ ਹੈ ਨੂੰ। ਤੀਸਰੀ ਕਿਸਮ ਹੈ ਕਰਨ ਕਾਰਕ। ਇੱਕ ਵਚਨ ਸ਼ਬਦ ਮੁੰਡੇ, ਕਾਰਕ ਚਿੰਨ੍ਹ ਹਨ ਨਾਲ, ਦੁਆਰਾ, ਤੋਂ, ਰਾਹੀਂ। ਬਹੁਵਚਨ ਸ਼ਬਦ ਮੁੰਡਿਆਂ, ਕਾਰਕ ਚਿੰਨ੍ਹ ਨਾਲ, ਦੁਆਰਾ, ਤੋਂ, ਰਾਹੀਂ। ਚੌਥੀ ਕਿਸਮ ਹੈ ਸੰਪਰਦਾਨ ਕਾਰਕ। ਇੱਕ ਵਚਨ ਸ਼ਬਦ ਮੁੰਡੇ, ਕਾਰਕ ਚਿੰਨ੍ਹ ਹਨ ਨੂੰ, ਲਈ, ਵਾਸਤੇ, ਹਿੱਤ। ਬਹੁਵਚਨ ਸ਼ਬਦ ਮੁੰਡਿਆਂ, ਕਾਰਕ ਚਿੰਨ੍ਹ ਨੂੰ,
ਲਈ, ਵਾਸਤੇ, ਹਿੱਤ। ਪੰਜਵੀਂ ਕਿਸਮ ਹੈ ਅਪਾਦਾਨ ਕਾਰਕ। ਇੱਕ ਵਚਨ ਸ਼ਬਦ ਮੁੰਡੇ, ਕਾਰਕ ਚਿੰਨ੍ਹ ਹਨ ਉੱਤੋਂ, ਹੇਠੋਂ, ਲਾਗਿਓਂ, ਕੋਲੋਂ। ਬਹੁਵਚਨ ਸ਼ਬਦ ਮੁੰਡਿਆਂ, ਕਾਰਕ ਚਿੰਨ੍ਹ ਹਨ ਉੱਤੋਂ, ਹੇਠੋਂ, ਲਾਗਿਓਂ, ਕੋਲੋਂ। ਛੇਵੀਂ ਕਿਸਮ ਹੈ ਸੰਬੰਧ ਕਾਰਕ। ਇੱਕ ਵਚਨ ਸ਼ਬਦ ਮੁੰਡੇ, ਕਾਰਕ ਚਿੰਨ੍ਹ ਹਨ ਦਾ, ਦੇ, ਦੀ, ਦੀਆਂ। ਬਹੁਵਚਨ ਸ਼ਬਦ ਮੁੰਡਿਆਂ, ਕਾਰਕ ਚਿੰਨ੍ਹ ਦਾ, ਦੇ, ਦੀ, ਦੀਆਂ। ਸੱਤਵੀਂ ਕਿਸਮ ਦਾ ਨਾਂ ਹੈ ਅਧਿਕਰਨ ਕਾਰਕ। ਇੱਕ ਵਚਨ ਸ਼ਬਦ ਮੁੰਡੇ, ਕਾਰਕ ਚਿੰਨ੍ਹ ਉੱਤੇ, ਕੋਲ, ਲਾਗੇ। ਬਹੁਵਚਨ ਸ਼ਬਦ ਮੁੰਡਿਆਂ, ਕਾਰਕ ਚਿੰਨ੍ਹ ਉੱਤੇ, ਕੋਲ, ਲਾਗੇ। ਅੱਠਵੀਂ ਕਿਸਮ ਹੈ ਸੰਬੋਧਨ ਕਾਰਕ। ਇਸ ਦਾ ਕੋਈ ਕਾਰਕ ਚਿੰਨ੍ਹ ਨਹੀਂ ਹੈ, ਪਰ ਅਸੀਂ ਸੰਬੋਧਨੀ ਸ਼ਬਦ ਨੀ, ਵੇ, ਅੜਿਆ, ਕੁੜੇ, ਓਏ ਆਦਿ ਵਰਤਦੇ ਹਾਂ। ਸੰਬੋਧਨ ਕਾਰਕ ਵਿੱਚ ਇੱਕ ਵਚਨ ਮੁੰਡਿਆ ਅਤੇ ਬਹੁਵਚਨ ਮੁੰਡਿਓ ਹੈ। ਇਹ ਸੀ ਨਾਮ ਦੀ ਕਾਰਕ ਸਾਧਨਾ। ਹੁਣ ਅਸੀਂ ਪੁਰਖਵਾਚਕ ਪੜਨਾਮ ਦੀ ਕਾਰਕ ਸਾਧਨਾ ਦੇਖਾਂਗੇ। ਸਾਨੂੰ ਪਤਾ ਹੈ ਕਿ ਪੁਰਖਵਾਚਕ ਪੜਨਾਮ ਦੀਆਂ 3 ਕਿਸਮਾਂ ਹੁੰਦੀਆਂ ਹਨ। ਪਹਿਲਾ ਪੁਰਖ ਜਾਂ ਉੱਤਮ ਪੁਰਖ, ਦੂਜਾ ਪੁਰਖ ਜਾਂ ਮੱਧਮ ਪੁਰਖ, ਤੀਜਾ ਪੁਰਖ ਜਾਂ ਅੰਨ੍ਹਿਆ ਪੁਰਖ। ਗੱਲ ਕਰਨ ਵਾਲਾ ਪਹਿਲਾ ਪੁਰਖ ਹੁੰਦਾ ਹੈ। ਜਿਸ ਨਾਲ ਗੱਲ ਕੀਤੀ ਜਾਂਦੀ ਹੈ ਉਹ ਦੂਜਾ ਪੁਰਖ, ਅਤੇ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਉਹ ਤੀਜਾ ਪੁਰਖ ਹੁੰਦਾ ਹੈ। ਸਲਾਈਡ 'ਤੇ ਤੁਸੀਂ ਦੇਖ ਰਹੇ ਹੋ ਕਾਰਕ ਦੀਆਂ ਕਿਸਮਾਂ ਹਨ। ਇੱਕ ਵਚਨ ਦਾ ਪਹਿਲਾ ਪੁਰਖ, ਦੂਜਾ ਪੁਰਖ ਅਤੇ ਤੀਜਾ ਪੁਰਖ। ਬਹੁਵਚਨ ਦਾ ਪਹਿਲਾ ਪੁਰਖ, ਦੂਜਾ ਪੁਰਖ ਅਤੇ ਤੀਜਾ ਪੁਰਖ। ਕਾਰਕ ਦੀ ਪਹਿਲੀ ਕਿਸਮ ਹੈ ਕਰਤਾ ਕਾਰਕ। ਪਹਿਲਾ ਪੁਰਖ ਮੈਂ, ਦੂਜਾ ਪੁਰਖ ਤੂੰ, ਤੀਜਾ ਪੁਰਖ ਇਹ, ਉਹ, ਇਹਨੇ, ਉਹਨੇ। ਬਹੁਵਚਨ ਦਾ ਪਹਿਲਾ ਪੁਰਖ ਅਸੀਂ, ਅਸਾਂ, ਦੂਜਾ ਪੁਰਖ ਤੁਸੀਂ, ਤੁਸਾਂ, ਤੀਜਾ ਪੁਰਖ ਇਹਨਾਂ ਨੇ, ਉਹਨਾਂ ਨੇ। ਕਾਰਕ ਦੀ ਦੂਸਰੀ ਕਿਸਮ ਹੈ ਕਰਮ ਕਾਰਕ। ਇੱਕ ਵਚਨ ਦੇ ਵਿੱਚ ਪਹਿਲਾ ਪੁਰਖ ਮੈਨੂੰ, ਦੂਜਾ ਪੁਰਖ ਤੈਨੂੰ, ਤੀਜਾ ਪੁਰਖ ਇਸਨੂੰ, ਉਸਨੂੰ। ਬਹੁਵਚਨ ਦੇ ਵਿੱਚ ਪਹਿਲਾ ਪੁਰਖ ਸਾਨੂੰ, ਦੂਜਾ ਪੁਰਖ ਤੁਹਾਨੂੰ, ਤੀਜਾ ਪੁਰਖ ਇਹਨਾਂ ਨੂੰ, ਉਹਨਾਂ ਨੂੰ। ਕਾਰਕ ਦੀ ਤੀਸਰੀ ਕਿਸਮ ਹੈ ਕਰਨ ਕਾਰਕ। ਇੱਕ ਵਚਨ ਦੇ ਵਿੱਚ ਪਹਿਲਾ ਪੁਰਖ ਮੇਰੇ ਰਾਹੀਂ, ਮੇਥੋਂ, ਮੇਰੇ ਦੁਆਰਾ। ਦੂਜਾ ਪੁਰਖ ਤੇਰੇ ਰਾਹੀਂ, ਤੇਥੋਂ, ਤੇਰੇ ਦੁਆਰਾ। ਤੀਜਾ ਪੁਰਖ ਇਸ ਲਈ, ਇਸ ਨਾਲ, ਉਸ ਨਾਲ। ਬਹੁਵਚਨ ਦੇ ਵਿੱਚ ਪਹਿਲਾ ਪੁਰਖ ਸਾਡੇ ਰਾਹੀਂ, ਸਾਥੋਂ, ਸਾਡੇ ਦੁਆਰਾ। ਦੂਜਾ ਪੁਰਖ ਤੁਹਾਡੇ ਰਾਹੀਂ, ਤੁਹਾਥੋਂ, ਤੁਹਾਡੇ ਦੁਆਰਾ। ਤੀਜਾ ਪੁਰਖ ਇਹਨਾਂ ਨਾਲ, ਉਹਨਾਂ ਨਾਲ। ਕਾਰਕ ਦੀ ਚੌਥੀ ਕਿਸਮ ਹੈ ਸੰਪਰਦਾਨ ਕਾਰਕ। ਇੱਕ ਵਚਨ ਦੇ ਵਿੱਚ ਪਹਿਲਾ ਪੁਰਖ ਹੈ ਮੇਰੇ ਵਾਸਤੇ, ਮੇਰੇ ਲਈ। ਦੂਜਾ ਪੁਰਖ ਤੇਰੇ ਵਾਸਤੇ, ਤੇਰੇ ਲਈ। ਤੀਜਾ ਪੁਰਖ ਇਹਦੇ ਲਈ, ਉਹਦੇ ਲਈ। ਬਹੁਵਚਨ ਦੇ ਵਿੱਚ ਪਹਿਲਾ ਪੁਰਖ ਸਾਡੇ ਵਾਸਤੇ, ਸਾਡੇ ਲਈ।
ਦੂਜਾ ਪੁਰਖ ਤੁਹਾਡੇ ਵਾਸਤੇ, ਤੁਹਾਡੇ ਲਈ। ਤੀਜਾ ਪੁਰਖ ਇਹਨਾਂ ਲਈ, ਉਹਨਾਂ ਲਈ। ਕਾਰਕ ਦੀ ਪੰਜਵੀਂ ਕਿਸਮ ਹੈ ਅਪਾਦਾਨ ਕਾਰਕ। ਇੱਕ ਵਚਨ ਦੇ ਵਿੱਚ ਪਹਿਲਾ ਪੁਰਖ ਹੈ ਮੇਥੋਂ, ਮੇਰੇ ਪਾਸੋਂ, ਮੇਰੇ ਕੋਲੋਂ। ਦੂਜਾ ਪੁਰਖ ਹੈ ਤੇਥੋਂ, ਤੇਰੇ ਪਾਸੋਂ, ਤੇਰੇ ਕੋਲੋਂ। ਤੀਜਾ ਪੁਰਖ ਹੈ ਇਸ ਤੋਂ, ਉਸ ਤੋਂ। ਬਹੁਵਚਨ ਦੇ ਵਿੱਚ ਪਹਿਲਾ ਪੁਰਖ ਹੈ ਸਾਥੋਂ, ਸਾਡੇ ਪਾਸੋਂ, ਸਾਡੇ ਕੋਲੋਂ। ਦੂਜਾ ਪੁਰਖ ਹੈ ਤੁਹਾਥੋਂ, ਤੁਹਾਡੇ ਪਾਸੋਂ, ਤੁਹਾਡੇ ਕੋਲੋਂ। ਅਤੇ ਤੀਜਾ ਪੁਰਖ ਹੈ ਇਹਨਾਂ ਤੋਂ, ਉਹਨਾਂ ਤੋਂ। ਕਾਰਕ ਦੀ ਛੇਵੀਂ ਕਿਸਮ ਹੈ ਸੰਬੰਧ ਕਾਰਕ। ਸੰਬੰਧ ਕਾਰਕ ਦੇ ਇੱਕ ਵਚਨ ਦੇ ਪਹਿਲੇ ਪੁਰਖ ਦੇ ਵਿੱਚ ਹੈ ਮੇਰਾ, ਮੇਰੇ, ਮੇਰੀ, ਮੇਰੀਆਂ, ਮੇਰਿਆ। ਦੂਜਾ ਪੁਰਖ ਦੇ ਵਿੱਚ ਤੇਰਾ, ਤੇਰੇ, ਤੇਰੀ, ਤੇਰੀਆਂ, ਤੇਰਿਆ। ਤੀਜਾ ਪੁਰਖ ਦੇ ਵਿੱਚ ਇਸਦਾ, ਉਸਦਾ। ਬਹੁਵਚਨ ਦੇ ਪਹਿਲੇ ਪੁਰਖ ਦੇ ਵਿੱਚ ਸਾਡਾ, ਸਾਡੇ, ਸਾਡੀ, ਸਾਡੀਆਂ, ਸਾਡਿਆਂ। ਦੂਜਾ ਪੁਰਖ ਦੇ ਵਿੱਚ ਤੁਹਾਡਾ, ਤੁਹਾਡੇ, ਤੁਹਾਡੀ, ਤੁਹਾਡੀਆਂ, ਤੁਹਾਡਿਆਂ। ਅਤੇ ਤੀਜਾ ਪੁਰਖ ਦੇ ਵਿੱਚ ਇਹਨਾਂ ਦਾ, ਉਹਨਾਂ ਦਾ। ਕਾਰਕ ਦੀ ਸੱਤਵੀਂ ਕਿਸਮ ਹੈ ਅਧਿਕਰਨ ਕਾਰਕ। ਇੱਕ ਵਚਨ ਦੇ ਪਹਿਲੇ ਪੁਰਖ ਦੇ ਵਿੱਚ ਹੈ ਮੇਰੇ ਕੋਲ, ਮੇਰੇ ਵਿੱਚ, ਮੇਰੇ ਲਾਗੇ। ਦੂਜਾ ਪੁਰਖ ਹੈ ਤੇਰੇ ਕੋਲ, ਤੇਰੇ ਵਿੱਚ, ਤੇਰੇ ਲਾਗੇ। ਤੀਜਾ ਪੁਰਖ ਹੈ ਇਸ ਕੋਲ, ਉਸ ਕੋਲ। ਬਹੁਵਚਨ ਦੇ ਪਹਿਲੇ ਪੁਰਖ ਦੇ ਵਿੱਚ ਹੈ ਸਾਡੇ ਕੋਲ, ਸਾਡੇ ਵਿੱਚ, ਸਾਡੇ ਲਾਗੇ। ਦੂਜੇ ਪੁਰਖ ਵਿੱਚ ਹੈ ਤੁਹਾਡੇ ਕੋਲ, ਤੁਹਾਡੇ ਵਿੱਚ, ਤੁਹਾਡੇ ਲਾਗੇ। ਅਤੇ ਤੀਜਾ ਪੁਰਖ ਹੈ ਇਹਨਾਂ ਕੋਲ, ਉਹਨਾਂ ਕੋਲ। ਅੱਠਵੀਂ ਕਿਸਮ ਹੈ ਸੰਬੋਧਨੀ ਕਾਰਕ। ਪਰ ਸਾਨੂੰ ਪਤਾ ਹੈ ਕਿ ਪੜਨਾਵਾਂ ਦੇ ਸੰਬੋਧਨੀ ਰੂਪ ਨਹੀਂ ਬਣਦੇ। ਸੋ ਇਹ ਸੀ ਪੁਰਖਵਾਚਕ ਪੜਨਾਮ ਦੀ ਕਾਰਕ ਸਾਧਨਾ। ਹੁਣ ਅਸੀਂ ਕਾਰਕ ਦੀਆਂ ਕਿਸਮਾਂ ਬਾਰੇ ਗੱਲਬਾਤ ਕਰਾਂਗੇ। 8 ਕਿਸਮਾਂ ਹਨ। ਪਹਿਲੀ ਕਿਸਮ ਹੈ ਕਰਤਾ ਕਾਰਕ। ਕੰਮ ਕਰਨ ਵਾਲੇ ਨੂੰ ਕਰਤਾ ਕਹਿੰਦੇ ਹਨ। ਪੰਜਾਬੀ ਭਾਸ਼ਾ ਦੀ ਵਾਕ ਬਣਤਰ ਵਿੱਚ ਕਰਤਾ ਕਾਰਕ ਕਿਰਿਆ ਨੂੰ ਕਰਨ ਵਾਲੇ ਦੇ ਭਾਵ ਨੂੰ ਉਜਾਗਰ ਕਰਦਾ ਹੈ। ਇਸ ਦਾ ਸਥਾਨ ਵਾਕ ਦੇ ਆਰੰਭ ਵਿੱਚ ਹੁੰਦਾ ਹੈ। ਸੋ ਕਰਤਾ ਕਾਰਕ ਕੀ ਹੈ? ਜਿਹੜਾ ਨਾਮ ਜਾਂ ਪੜਨਾਮ ਕਿਸੇ ਕਿਰਿਆ ਨੂੰ ਕਰਨ ਵਾਲਾ ਹੋਵੇ, ਉਸ ਨੂੰ ਕਰਤਾ ਕਾਰਕ ਦਾ ਨਾਮ ਜਾਂ ਪੜਨਾਮ ਮੰਨਿਆ ਜਾਂਦਾ ਹੈ। ਜਿਵੇਂ ਪਹਿਲਾ ਵਾਕ ਹੈ ਹਰਮਨ ਸਿੰਘ ਸਕੂਲ ਜਾਂਦਾ ਹੈ। ਇਸ ਵਾਕ ਵਿੱਚ ਸਕੂਲ ਜਾਣ ਦਾ ਕੰਮ ਹਰਮਨ ਸਿੰਘ ਕਰ ਰਿਹਾ ਹੈ, ਇਸ ਕਰਕੇ ਹਰਮਨ ਸਿੰਘ ਕਰਤਾ ਹੈ। ਦੂਸਰਾ ਵਾਕ ਹੈ ਅਧਿਆਪਕ ਪਾਠ ਪੜ੍ਹਾਉਂਦਾ ਹੈ। ਇਸ ਵਾਕ ਵਿੱਚ ਅਧਿਆਪਕ ਕਰਤਾ ਕਾਰਕ ਹੈ। ਕਿਉਂਕਿ ਪਾਠ ਪੜ੍ਹਾਉਣ ਦੀ ਕਿਰਿਆ ਅਧਿਆਪਕ ਦੁਆਰਾ ਕੀਤੀ ਜਾ ਰਹੀ ਹੈ, ਇਸ ਕਰਕੇ ਅਧਿਆਪਕ ਕਰਤਾ ਹੈ। ਤੀਸਰਾ ਵਾਕ ਹੈ ਉਹ ਵਿਦਿਆਰਥੀ ਪੜ੍ਹਦਾ ਹੈ। ਇਸ ਵਾਕ ਵਿੱਚ ਉਹ ਸ਼ਬਦ ਵਿਦਿਆਰਥੀ ਦਾ ਵਿਸ਼ੇਸ਼ਣ ਹੈ। ਪੜ੍ਹਨ ਦਾ ਕੰਮ ਵਿਦਿਆਰਥੀ ਦੁਆਰਾ ਕੀਤਾ ਜਾ ਰਿਹਾ ਹੈ, ਇਸ ਕਰਕੇ ਪੜਨਾਮ ਉਹ ਵਿਦਿਆਰਥੀ ਕਰਤਾ ਕਾਰਕ ਹੈ। ਇਸ ਤੋਂ ਇਲਾਵਾ ਕਈ ਵਾਰ ਕਰਤਾ ਕਾਰਕ ਆਪਣੇ ਸਧਾਰਨ ਰੂਪ ਵਿੱਚ ਹੁੰਦਾ ਹੈ, ਭਾਵ ਉਹ ਪ੍ਰਗਟ ਰੂਪ ਵਿੱਚ ਕੁਝ ਵੀ ਨਹੀਂ ਕਰ ਰਿਹਾ ਹੁੰਦਾ, ਪਰ ਤਾਂ ਵੀ ਉਹ ਕਰਤਾ ਕਾਰਕ ਹੀ ਹੁੰਦਾ ਹੈ। ਜਿਵੇਂ
चौथा वाक है बच्चा बीमार है। इस वाक विच चाहे कि बच्चा कुछ नहीं कर रहा पर फिर भी बच्चा ही करता है। सानू पता है कि करता कारक दा कारक चिन्ह ने संबंधक है। कदे ये वाक विच आउंदा है अते कदे वाक विच नहीं आउंदा। जिवें पहले चारां वाकां विच कारक चिन्ह की वरतों नहीं की गई पर पंजवें वाक विच कारक चिन्ह की वरतों की गई है। किवें तुसीं देख रहे हो, पंजवां वाक है आजड़ी ने भेडां चारियां। इस वाक विच भेडां चारन का काम आजड़ी द्वारा किया जा रहा है, सो आजड़ी करता कारक है। करता कारक की पछाण की है? करता कारक का पता लगाउण लई वाक विच कौन या किसने प्रश्नवाचक शब्द ला के प्रश्न करन ते जो उत्तर मिले वह करता कारक है। जिवें पहला वाक हरमन सिंह स्कूल जाता है। कौन स्कूल जाता है? हरमन सिंह। हरमन सिंह करता कारक। दूसरा वाक है अध्यापक पाठ पढ़ाउंदा है। कौन पाठ पढ़ाउंदा है? अध्यापक। सो अध्यापक करता कारक है। तीसरा वाक है वह विद्यार्थी पढ़ता है। कौन पढ़ता है? उत्तर मिलेगा वह विद्यार्थी। सो वह विद्यार्थी करता कारक है। चौथा वाक है बच्चा बीमार है। कौन बीमार है? बच्चा। बच्चा करता कारक है। पंजवां वाक है आजड़ी ने भेडां चारियां। किसने भेडां चारियां? आजड़ी ने। सो आजड़ी करता कारक है। इस तरह असी आसानी नाल करता कारक की पछाण कर सकते हाँ। कारक की दूसरी किस्म है कर्म कारक। कर्म कारक की है? जिस नाम उत्ते क्रिया वापरे, भाव जिस उत्ते क्रिया का प्रभाव पवे उसनूं कर्म कारक कहते हैं। सानू पता है कि पंजाबी भाषा की वाक बनतर करता, कर्म अते क्रिया है। इस करके कर्म का स्थान करता तो पहला आउंदा है। किवें? जिवें पहला वाक है गुरु नानक देव जी ने लोकां नूं उपदेश दिता। इस वाक विच गुरु नानक देव जी करता कारक हन पर करता तो बाद आउण वाला शब्द लोकां कर्म कारक है। कर्म कारक की पछाण किवें हुंदी है? कर्म कारक की पछाण का आधार नूं संबंधक है। किहड़ा संबंधक? नूं। इस तो इलावा जेकर वाक का करता ने संबंधक के प्रभाव हेठ होवे तां उस समय भी वाक विच कर्म कारक ही कार्यशील हुंदा है। जिवें पहले वाक विच गुरु नानक देव जी करता कारक तो बाद संबंधक ने लगा है अते वाक विच लोकां शब्द जिहड़ा है वो कर्म कारक वजों कार्यशील है। इस तो इलावा जेकर वाक विच दो कर्म होण तां प्रधान कर्म क्रिया तो पहला आउंदा है अते अप्रधान कर्म करता तो पिछों आउंदा है। किवें? जिवें दूसरा वाक है जट ने बलदां नूं पानी पिलाया। इस वाक विच दो कर्म हन, बलद अते पानी। पानी प्रधान कर्म है अते बलदां अप्रधान कर्म है। इस तो इलावा जरूरी नहीं कि वाकां विच कर्म संबंधक दे नाल ही आवे। कई वाकां विच कर्म संबंधक तो बिना भी आउंदा है। जिवें तीसरा वाक है भैण जी नावल पढ़ते हैं। इस वाक विच नावल कर्म है पर नावल तो बाद कोई संबंधक नहीं लगा।
ਪਰ ਕਰਮ ਕਾਰਕ ਦੇ ਪੜਨਾਮ ਨਾਲ ਸੰਬੰਧਕ ਜ਼ਰੂਰ ਆਉਂਦਾ ਹੈ। ਜਿਵੇਂ ਚੌਥਾ ਵਾਕ ਹੈ, ਤੁਸੀਂ ਉਹਨਾਂ ਨੂੰ ਜਵਾਬ ਦਿਓ। ਇਸ ਵਾਕ ਵਿੱਚ ਉਹਨਾਂ ਸ਼ਬਦ ਅਨਿਆ ਪੁਰਖਵਾਚਕ ਪੜਨਾਂਵ ਹੈ ਜੋ ਕਰਮ ਹੈ ਅਤੇ ਜਿਸ ਦੇ ਨਾਲ ਨੂੰ ਸੰਬੰਧਕ ਲੱਗਾ ਹੋਇਆ ਹੈ। ਪੰਜਵਾਂ ਵਾਕ ਹੈ, ਕੁੜੀਆਂ ਗਿੱਧਾ ਪਾ ਰਹੀਆਂ ਹਨ। ਇਸ ਵਾਕ ਵਿੱਚ ਕਿਰਿਆ ਗਿੱਧੇ ਉੱਤੇ ਹੋ ਰਹੀ ਹੈ, ਇਸ ਲਈ ਗਿੱਧਾ ਸ਼ਬਦ ਕਰਮ ਕਾਰਕ ਨਾਮ ਹੈ। ਕਾਰਕ ਦੀ ਤੀਸਰੀ ਕਿਸਮ ਹੈ ਕਰਨ ਕਾਰਕ। ਕਰਨ ਕਾਰਕ ਕਿਸੇ ਕਾਰਜ ਦੇ ਹੋਣ ਦੇ ਸਾਧਨ ਜਾਂ ਢੰਗ ਤਰੀਕੇ ਨੂੰ ਬਿਆਨ ਕਰਦਾ ਹੈ। ਇਸ ਕਾਰਕ ਦੇ ਵਾਕਾਤਮਿਕ ਸੰਬੰਧਾਂ ਦੇ ਕਾਰਜ ਨੂੰ ਜਾਂ ਤਾਂ ਕੁਝ ਨਾਵਾਂ ਨਾਲ, ਮਾਤਰਾਵਾਂ, ਪਿਛੇਤਰ ਈ ਜਾਂ ਓ ਆਦਿ ਲਾ ਕੇ ਜਾਂ ਸੰਬੰਧਕਾਂ ਦੀ ਵਰਤੋਂ ਰਾਹੀਂ ਸਾਕਾਰ ਕੀਤਾ ਜਾਂਦਾ ਹੈ। ਸੰਬੰਧਕ ਕਿਹੜੇ? ਫਿਰ, ਨਾਲ, ਦੁਆਰਾ, ਰਾਹੀਂ ਆਦਿ ਸੰਬੰਧਕ। ਜਿਵੇਂ ਪਹਿਲਾ ਵਾਕ ਹੈ, ਉਹ ਪੌੜੀਆਂ ਰਾਹੀਂ ਕੋਠੇ ਚੜ੍ਹਿਆ। ਇਸ ਵਾਕ ਵਿੱਚ ਕੋਠੇ ਉੱਪਰ ਜਾਣ ਦਾ ਢੰਗ ਤਰੀਕਾ ਹੈ ਪੌੜੀਆਂ, ਸੋ ਪੌੜੀਆਂ ਸ਼ਬਦ ਕਰਨ ਕਾਰਕ ਹੈ। ਪੌੜੀਆਂ ਕਰਨ ਕਾਰਕ ਦੇ ਨਾਲ ਸੰਬੰਧਕ ਰਾਹੀਂ ਦੀ ਵਰਤੋਂ ਕੀਤੀ ਗਈ ਹੈ। ਦੂਸਰਾ ਵਾਕ ਹੈ, ਉਸਨੇ ਆਰੇ ਨਾਲ ਲੱਕੜ ਚੀਰੀ। ਇਸ ਵਾਕ ਵਿੱਚ ਲੱਕੜ ਨੂੰ ਚੀਰਨ ਲਈ ਸਾਧਨ ਹੈ ਆਰਾ, ਸੋ ਆਰਾ ਸ਼ਬਦ ਕਰਨ ਕਾਰਕ ਹੈ। ਕਰਨ ਕਾਰਕ ਆਰੇ ਨਾਲ ਸੰਬੰਧਕ ਦੀ ਵਰਤੋਂ ਹੋਈ ਹੈ, ਸੰਬੰਧਕ ਹੈ ਨਾਲ। ਤੀਸਰਾ ਵਾਕ ਹੈ, ਅਧਿਆਪਕ ਨੇ ਪੈਨ ਨਾਲ ਕਾਪੀਆਂ ਚੈੱਕ ਕੀਤੀਆਂ। ਇਸ ਵਾਕ ਵਿੱਚ ਕਾਪੀਆਂ ਚੈੱਕ ਕਰਨ ਦਾ ਕੰਮ ਪੈਨ ਨਾਲ ਹੋਇਆ ਹੈ, ਇਸ ਕਰਕੇ ਪੈਨ ਕਰਨ ਕਾਰਕ ਹੈ। ਪੈਨ ਸ਼ਬਦ ਦੇ ਨਾਲ ਸੰਬੰਧਕ ਲੱਗਾ ਹੈ ਨਾਲ। ਚੌਥਾ ਵਾਕ ਹੈ, ਰਾਮ ਨੇ ਰਾਵਣ ਨੂੰ ਤੀਰ ਨਾਲ ਮਾਰਿਆ। ਇਸ ਵਾਕ ਵਿੱਚ ਸਾਧਨ ਜਾਂ ਢੰਗ ਤਰੀਕਾ ਤੀਰ ਹੈ, ਸੋ ਤੀਰ ਸ਼ਬਦ ਕਰਨ ਕਾਰਕ ਹੈ ਅਤੇ ਕਾਰਕੀ ਚਿੰਨ੍ਹ ਨਾਲ ਲੱਗਾ ਹੋਇਆ ਹੈ। ਪੰਜਵਾਂ ਵਾਕ ਹੈ, ਰਣਜੀਤ ਨੇ ਕੰਪਿਊਟਰ ਨਾਲ ਤਸਵੀਰ ਬਣਾਈ। ਇਸ ਵਾਕ ਵਿੱਚ ਸਾਧਨ ਕੰਪਿਊਟਰ ਹੈ, ਤਸਵੀਰ ਕੰਪਿਊਟਰ ਦੀ ਮਦਦ ਨਾਲ ਬਣਾਈ ਗਈ ਹੈ, ਇਸ ਕਰਕੇ ਕੰਪਿਊਟਰ ਕਰਨ ਕਾਰਕ ਨਾਮ ਹੈ। ਕਾਰਕ ਦੀ ਚੌਥੀ ਕਿਸਮ ਹੈ ਸੰਪਰਦਾਨ ਕਾਰਕ। ਸੰਪਰਦਾਨ ਸ਼ਬਦ ਦਾ ਅਰਥ ਹੈ ਕਿਸੇ ਨੂੰ ਕੁਝ ਦੇਣਾ ਜਾਂ ਭੇਟ ਕਰਨਾ, ਭਾਵ ਵਾਕ ਦਾ ਕਰਤਾ ਜਿਸ ਨਾਮ ਜਾਂ ਪੜਨਾਮ ਲਈ ਕੋਈ ਕੰਮ ਕਰਦਾ ਹੈ ਉਸ ਨੂੰ ਸੰਪਰਦਾਨ ਕਾਰਕ ਕਹਿੰਦੇ ਹਨ। ਜਿਵੇਂ ਸਾਡੇ ਕੋਲ 5 ਵਾਕ ਹਨ। ਪਹਿਲਾ ਵਾਕ ਹੈ, ਅਧਿਆਪਕਾਂ ਨੇ ਸਕੂਲ ਲਈ ਬਹੁਤ ਮਿਹਨਤ ਕੀਤੀ। ਕਿਸ ਲਈ ਮਿਹਨਤ ਕੀਤੀ? ਸਕੂਲ ਲਈ। ਇਸ ਵਾਕ ਵਿੱਚ ਸਕੂਲ ਸੰਪਰਦਾਨ ਕਾਰਕ ਹੈ, ਲਈ ਸੰਬੰਧਕੀ ਚਿੰਨ੍ਹ ਹੈ। ਦੂਜਾ ਵਾਕ ਹੈ, ਮਾਲੀ ਫੁੱਲਾਂ ਨੂੰ ਪਾਣੀ ਦੇ ਰਿਹਾ ਹੈ। ਇਸ ਵਾਕ ਵਿੱਚ ਫੁੱਲਾਂ ਸ਼ਬਦ ਸੰਪਰਦਾਨ ਕਾਰਕ ਹੈ, ਨੂੰ ਸੰਬੰਧਕੀ ਚਿੰਨ੍ਹ ਹੈ। ਤੀਸਰਾ ਵਾਕ ਹੈ, ਮਹਾਨ ਦੇਸ਼ ਭਗਤਾਂ ਨੇ ਦੇਸ਼ ਲਈ ਜਾਨ ਵਾਰ ਦਿੱਤੀ। ਇਸ ਵਾਕ ਵਿੱਚ ਦੇਸ਼ ਸ਼ਬਦ ਸੰਪਰਦਾਨ ਕਾਰਕ ਹੈ ਅਤੇ ਲਈ ਸ਼ਬਦ ਜੋ ਹੈ ਉਹ ਸੰਬੰਧਕੀ ਚਿੰਨ੍ਹ ਹੈ। ਚੌਥਾ ਵਾਕ ਹੈ, ਸੂਰਜ ਸਭ ਨੂੰ ਰੌਸ਼ਨੀ ਦਿੰਦਾ ਹੈ। ਇਸ ਵਾਕ ਵਿੱਚ ਸਭ ਸ਼ਬਦ ਸੰਪਰਦਾਨ ਕਾਰਕ ਹੈ, ਵਾਕ ਵਿੱਚ ਨੂੰ ਸੰਬੰਧਕੀ ਚਿੰਨ੍ਹ ਹੈ। ਪੰਜਵਾਂ ਵਾਕ ਹੈ, ਮਾਪੇ ਬੱਚਿਆਂ ਲਈ ਸਭ ਕੁਝ ਕਰਦੇ ਹਨ। ਇਸ ਵਾਕ ਵਿੱਚ ਬੱਚਿਆਂ ਸ਼ਬਦ ਜੋ ਹੈ
ਉਹ ਸੰਪਰਦਾਨ ਕਾਰਕ ਹੈ ਅਤੇ ਲਈ ਸ਼ਬਦ ਸੰਬੰਧਕੀ ਚਿੰਨ੍ਹ ਹੈ। ਇਹਨਾਂ ਸਾਰੇ ਵਾਕਾਂ ਵਿੱਚ ਕਰਤਾ ਕਿਸੇ ਲਈ ਕੁਝ ਨਾ ਕੁਝ ਕਰ ਰਿਹਾ ਹੈ। ਅਧਿਆਪਕ ਸਕੂਲ ਲਈ, ਮਾਲੀ ਫੁੱਲਾਂ ਲਈ, ਦੇਸ਼ ਭਗਤ ਦੇਸ਼ ਲਈ, ਸੂਰਜ ਸਭ ਲਈ, ਮਾਪੇ ਬੱਚਿਆਂ ਲਈ। ਸੋ ਇਹ ਸੰਪਰਦਾਨ ਕਾਰਕ ਹੈ। ਪੰਜਵੀਂ ਕਿਸਮ ਹੈ ਕਾਰਕ ਦੀ ਅਪਾਦਾਨ ਕਾਰਕ। ਅਪਾਦਾਨ ਕਾਰਕ ਕਿਸੇ ਵਿਚਾਰ ਜਾਂ ਕਾਰਜ ਸਥਾਨ ਤੋਂ ਵਿਛੜਨ, ਜੁਦਾ ਹੋਣ, ਅਲੱਗ ਹੋਣ ਜਾਂ ਅੱਡ ਹੋਣ ਜਾਂ ਹਟਾਉਣ ਜਾਂ ਕੱਢਣ ਦੇ ਭਾਵ ਨੂੰ ਪ੍ਰਗਟ ਕਰਦਾ ਹੈ। ਜਿਸ ਵਿਅਕਤੀ ਜਾਂ ਵਸਤੂ ਤੋਂ ਕੋਈ ਚੀਜ਼ ਅਲੱਗ ਕੀਤੀ ਜਾਵੇ ਜਾਂ ਵੱਖਰੀ ਕੀਤੀ ਜਾਵੇ, ਉਸ ਨਾਮ ਜਾਂ ਪੜਨਾਮ ਨੂੰ ਅਪਾਦਾਨ ਕਾਰਕ ਕਿਹਾ ਜਾਂਦਾ ਹੈ। ਇਸ ਕਾਰਕ ਦੀ ਪਛਾਣ ਕਿਵੇਂ ਹੁੰਦੀ ਹੈ? ਇਸ ਕਾਰਕ ਦੇ ਪਛਾਣ ਚਿੰਨ੍ਹ ਦੇ ਵਿਆਕਰਨਿਕ ਕਾਰਜ ਨੂੰ ਮਾਤਰਾਵਾਂ ਜਾਂ ਪਿਛੇਤਰਾਂ ਓ ਜਾਂ ਥੋ ਰਾਹੀਂ ਬਿਆਨ ਕੀਤਾ ਜਾਂਦਾ ਹੈ, ਜਾਂ ਫਿਰ ਨਾਵਾਂ, ਪੜਨਾਵਾਂ, ਵਿਸ਼ੇਸ਼ਣਾਂ ਜਾਂ ਨਾਵਾਂ ਦੇ ਸੰਬੰਧਕੀ ਰੂਪਾਂ ਪਿੱਛੋਂ ਸੰਬੰਧਕ ਤੋਂ ਦੀ ਵਰਤੋਂ ਕਰਕੇ ਉਜਾਗਰ ਕੀਤਾ ਜਾਂਦਾ ਹੈ। ਦੇਖਦੇ ਹਾਂ ਕਿਵੇਂ। ਪਹਿਲਾ ਵਾਕ ਹੈ ਕੁੜੀ ਪੇਕਿਆਂ ਤੋਂ ਸਹੁਰੇ ਘਰ ਆਈ। ਇਸ ਵਾਕ ਵਿੱਚ ਪੇਕਿਆਂ ਸ਼ਬਦ ਅਪਾਦਾਨ ਕਾਰਕ ਹਨ। ਵਾਕ ਵਿੱਚ ਸੰਬੰਧਕ ਤੋਂ ਦੀ ਵਰਤੋਂ ਕੀਤੀ ਗਈ ਹੈ। ਦੂਸਰਾ ਵਾਕ ਹੈ ਮੱਝ ਛੱਪੜ ਵਿੱਚੋਂ ਬਾਹਰ ਨਿਕਲੀ। ਇਸ ਵਾਕ ਵਿੱਚ ਛੱਪੜ ਸ਼ਬਦ ਅਪਾਦਾਨ ਕਾਰਕ ਹੈ। ਵਿੱਚੋਂ ਸ਼ਬਦ ਦੇ ਅੰਤ ਵਿੱਚ ਪਿਛੇਤਰ ਓ ਦੀ ਵਰਤੋਂ ਕੀਤੀ ਗਈ ਹੈ। ਤੀਸਰਾ ਵਾਕ ਹੈ ਮੇਰਾ ਸਕੂਲ ਘਰ ਤੋਂ 4 ਕਿਲੋਮੀਟਰ ਦੂਰ ਹੈ। ਇਸ ਵਾਕ ਵਿੱਚ ਘਰ ਸ਼ਬਦ ਅਪਾਦਾਨ ਕਾਰਕ ਹੈ। ਵਾਕ ਵਿੱਚ ਤੋਂ ਸੰਬੰਧਕ ਦੀ ਵਰਤੋਂ ਕੀਤੀ ਗਈ ਹੈ। ਚੌਥਾ ਵਾਕ ਹੈ ਨਵੀਂ ਵਹੁਟੀ ਖੇਤ ਵਿੱਚੋਂ ਸਰੋਂ ਦਾ ਸਾਗ ਤੋੜ ਕੇ ਲਿਆਈ। ਇਸ ਵਾਕ ਵਿੱਚ ਖੇਤ ਸ਼ਬਦ ਅਪਾਦਾਨ ਕਾਰਕ ਹੈ, ਕਿਉਂਕਿ ਸਰੋਂ ਦੇ ਸਾਗ ਨੂੰ ਖੇਤ ਨਾਲੋਂ ਵੱਖਰਾ ਕੀਤਾ ਗਿਆ ਹੈ। ਇਸ ਕਰਕੇ ਖੇਤ ਸ਼ਬਦ ਅਪਾਦਾਨ ਕਾਰਕ ਹੈ। ਪੰਜਵਾਂ ਵਾਕ ਹੈ ਪੱਤਾ ਟਹਿਣੀ ਤੋਂ ਟੁੱਟ ਗਿਆ। ਇਸ ਵਾਕ ਵਿੱਚ ਟਹਿਣੀ ਸ਼ਬਦ ਅਪਾਦਾਨ ਕਾਰਕ ਹੈ, ਕਿਉਂਕਿ ਪੱਤਾ ਟਹਿਣੀ ਨਾਲੋਂ ਵੱਖ ਹੋਇਆ ਹੈ। ਇਸ ਵਾਕ ਵਿੱਚ ਤੋਂ ਸੰਬੰਧਕ ਦੀ ਵਰਤੋਂ ਕੀਤੀ ਗਈ ਹੈ। ਕਾਰਕ ਦੀ ਛੇਵੀਂ ਕਿਸਮ ਹੈ ਸੰਬੰਧ ਕਾਰਕ। ਜਿਸ ਨਾਮ ਜਾਂ ਪੜਨਾਮ ਦਾ ਕਿਸੇ ਹੋਰ ਨਾਮ ਜਾਂ ਪੜਨਾਮ ਨਾਲ ਮਾਲਕੀ, ਕਬਜ਼ੇ ਜਾਂ ਅਧਿਕਾਰ ਵਾਲਾ ਸੰਬੰਧ ਹੋਵੇ, ਉਸ ਨਾਮ ਜਾਂ ਪੜਨਾਮ ਨੂੰ ਸੰਬੰਧ ਕਾਰਕ ਕਿਹਾ ਜਾਂਦਾ ਹੈ। ਸੰਬੰਧ ਕਾਰਕ ਦਾ ਸੂਚਕ ਦਾ ਸੰਬੰਧਕ ਹੈ, ਜਿਸ ਦਾ ਰੂਪ ਪਿੱਛੋਂ ਆਉਣ ਵਾਲੇ ਨਾਮ ਦੇ ਲਿੰਗ ਅਤੇ ਵਚਨ ਅਨੁਸਾਰ ਬਦਲਦਾ ਹੈ। ਜਿਵੇਂ ਪਹਿਲਾ ਵਾਕ ਹੈ ਵਿਦਿਆਰਥੀ ਜੀਵਨ ਮਨੁੱਖ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦਾ ਹੈ। ਇਸ ਵਾਕ ਵਿੱਚ ਦੀ ਅਤੇ ਦਾ ਸੰਬੰਧ ਕਾਰਕ ਹਨ। ਦੂਸਰਾ ਵਾਕ ਹੈ ਉਹ ਮੇਰੀ ਭੈਣ ਦਾ ਮੁੰਡਾ ਹੈ। ਇਸ ਵਾਕ ਵਿੱਚ ਦਾ ਸੰਬੰਧ ਕਾਰਕ ਹੈ। ਤੀਸਰਾ ਵਾਕ ਹੈ ਉਹ ਸਾਡੇ ਘਰ ਦੇ ਨੇੜੇ ਹੀ ਰਹਿੰਦਾ ਹੈ। ਇਸ ਵਾਕ ਵਿੱਚ ਦੇ ਸ਼ਬਦ ਸੰਬੰਧ ਕਾਰਕ ਹੈ। ਚੌਥਾ ਵਾਕ ਹੈ ਹਿਮਾਚਲ ਪ੍ਰਦੇਸ਼ ਸੇਬਾਂ ਦਾ ਘਰ ਹੈ। ਇਸ ਵਾਕ ਵਿੱਚ ਦਾ ਸੰਬੰਧ ਕਾਰਕ ਹੈ। ਪੰਜਵਾਂ ਵਾਕ ਹੈ ਸਾਰੇ ਵੀਰਾਂ ਦੀਆਂ ਭੈਣਾਂ ਜਿਉਂਦੀਆਂ ਰਹਿਣ। ਇਸ ਵਾਕ ਵਿੱਚ
ਦੀਆਂ ਸ਼ਬਦ ਸੰਬੰਧ ਕਾਰਕ ਹੈ। ਇਸ ਤਰ੍ਹਾਂ ਇਹਨਾਂ ਸਾਰੇ ਵਾਕਾਂ ਵਿੱਚ ਨਾਮ ਜਾਂ ਪੜਨਾਮ ਦਾ ਕਿਸੇ ਹੋਰ ਨਾਮ ਜਾਂ ਪੜਨਾਮ ਨਾਲ ਮਾਲਕੀ ਵਾਲਾ ਸੰਬੰਧ ਹੋਣ ਕਰਕੇ ਇਹ ਸੰਬੰਧ ਕਾਰਕ ਹਨ। ਕਾਰਕ ਦੀ 7ਵੀਂ ਕਿਸਮ ਦਾ ਨਾਂ ਹੈ ਅਧਿਕਰਨ ਕਾਰਕ। ਅਧਿਕਰਨ ਕਾਰਕ ਕੀ ਹੈ? ਜਿਸ ਜਗ੍ਹਾ, ਟਿਕਾਣੇ, ਵਸਤੂ ਆਦਿ ਦੇ ਉੱਤੇ, ਵਿੱਚ ਜਾਂ ਨੇੜੇ ਕੁਝ ਪਾਇਆ ਜਾਂ ਰੱਖਿਆ ਜਾਵੇ, ਉਸ ਨਾਮ ਨੂੰ ਅਧਿਕਰਨ ਕਾਰਕ ਕਿਹਾ ਜਾਂਦਾ ਹੈ। ਅਧਿਕਰਨ ਕਾਰਕ ਮਾਤਰਾਵਾਂ ਜਾਂ ਪਿਛੇਤਰ ਏ ਅਤੇ ਈ ਰਾਹੀਂ ਉਜਾਗਰ ਕੀਤਾ ਜਾਂਦਾ ਹੈ ਜਾਂ ਫਿਰ ਸੰਬੰਧਕ ਰਾਹੀਂ ਉਜਾਗਰ ਕੀਤਾ ਜਾਂਦਾ ਹੈ। ਸੰਬੰਧਕ ਸਥਾਨ ਅਤੇ ਦਿਸ਼ਾ ਸੂਚਕ ਸੰਬੰਧਕ ਹੁੰਦੇ ਹਨ, ਜਿਵੇਂ ਥੱਲੇ, ਹੇਠਾਂ, ਕੋਲ, ਪਾਸ, ਅੱਗੇ, ਅੰਦਰ, ਉੱਤੇ, ਸਾਹਮਣੇ, ਨੇੜੇ, ਬਾਹਰ ਆਦਿ ਸੰਬੰਧਕ ਹੁੰਦੇ ਹਨ। ਜਿਵੇਂ ਪਹਿਲਾ ਵਾਕ ਹੈ, ਸਬਜ਼ੀਆਂ ਮੇਜ਼ ਉੱਤੇ ਪਈਆਂ ਹਨ। ਇਸ ਵਾਕ ਵਿੱਚ ਉੱਤੇ ਸੰਬੰਧਕ ਦੀ ਵਰਤੋਂ ਹੋਈ ਹੈ। ਮੇਜ਼ ਅਧਿਕਰਨ ਕਾਰਕ ਨਾਮ ਹੈ। ਦੂਸਰਾ ਵਾਕ ਹੈ, ਕੈਮਰਾ ਫਰਸ਼ ਉੱਤੇ ਡਿੱਗ ਪਿਆ ਸੀ। ਇਸ ਵਾਕ ਵਿੱਚ ਉੱਤੇ ਸੰਬੰਧਕ ਦੀ ਵਰਤੋਂ ਕੀਤੀ ਗਈ ਹੈ ਅਤੇ ਵਾਕ ਵਿੱਚ ਫਰਸ਼ ਸ਼ਬਦ ਜੋ ਹੈ ਉਹ ਅਧਿਕਰਨ ਕਾਰਕ ਨਾਮ ਹੈ। ਤੀਸਰਾ ਵਾਕ ਹੈ, ਆਪਣੇ ਘਰ ਵਿੱਚ ਬੈਠੋ। ਇਸ ਵਾਕ ਵਿੱਚ ਘਰ ਅਧਿਕਰਨ ਕਾਰਕ ਨਾਮ ਹੈ ਅਤੇ ਵਾਕ ਵਿੱਚ ਸੰਬੰਧਕ ਦੀ ਵਰਤੋਂ ਕੀਤੀ ਗਈ ਹੈ। ਚੌਥਾ ਵਾਕ ਹੈ, ਪੰਛੀ ਰੁੱਖ ਉੱਤੇ ਬੈਠੇ ਹਨ। ਇਸ ਵਾਕ ਵਿੱਚ ਪੰਛੀਆਂ ਦੀ ਰੁੱਖ ਉੱਤੇ ਮਾਲਕੀ ਹੈ, ਕਬਜ਼ਾ ਹੈ। ਵਾਕ ਵਿੱਚ ਰੁੱਖ ਸ਼ਬਦ ਅਧਿਕਰਨ ਕਾਰਕ ਨਾਮ ਹੈ ਅਤੇ ਉੱਤੇ ਸ਼ਬਦ ਸੰਬੰਧਕ ਹੈ। ਪੰਜਵਾਂ ਵਾਕ ਹੈ, ਬੱਚੇ ਕਮਰੇ ਅੰਦਰ ਆ ਗਏ। ਇਸ ਵਾਕ ਵਿੱਚ ਬੱਚਿਆਂ ਦਾ ਆਪਣੀ ਜਮਾਤ ਦੇ ਕਮਰੇ 'ਤੇ ਅਧਿਕਾਰ ਹੈ, ਮਾਲਕੀ ਹੈ। ਵਾਕ ਵਿੱਚ ਕਮਰਾ ਅਧਿਕਰਨ ਕਾਰਕ ਨਾਮ ਹੈ ਅਤੇ ਅੰਦਰ ਸ਼ਬਦ ਸਥਾਨ ਸੂਚਕ ਸੰਬੰਧਕ ਹੈ, ਜਿਸ ਦੀ ਵਾਕ ਵਿੱਚ ਵਰਤੋਂ ਕੀਤੀ ਗਈ ਹੈ। ਕਾਰਕ ਦੀ 8ਵੀਂ ਅਤੇ ਆਖਰੀ ਕਿਸਮ ਦਾ ਨਾਂ ਹੈ ਸੰਬੋਧਨ ਕਾਰਕ। ਸੰਬੋਧਨ ਕਾਰਕ ਕੀ ਹੈ? ਨਾਮ ਦਾ ਜਿਹੜਾ ਰੂਪ ਕਿਸੇ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਵੇ ਉਸ ਨੂੰ ਸੰਬੋਧਨ ਕਾਰਕ ਕਹਿੰਦੇ ਹਨ। ਜਿਵੇਂ ਪਹਿਲਾ ਵਾਕ ਹੈ, ਨੀ ਕੁੜੀਏ ਮੇਰੀ ਗੱਲ ਸੁਣ। ਇਸ ਵਾਕ ਵਿੱਚ ਨੀ ਕੁੜੀਏ ਸੰਬੋਧਨ ਕਾਰਕ ਹੈ। ਦੂਸਰਾ ਵਾਕ ਹੈ, ਓਏ ਬੱਚਿਓ ਚੁੱਪ ਕਰਕੇ ਬੈਠੋ। ਇਸ ਵਾਕ ਵਿੱਚ ਓਏ ਬੱਚਿਓ ਸੰਬੋਧਨ ਕਾਰਕ ਹੈ। ਇਸ ਤੋਂ ਇਲਾਵਾ ਸੰਬੋਧਨ ਕਾਰਕ ਦੇ ਰੂਪ ਆਮ ਤੌਰ 'ਤੇ ਮਨੁੱਖਾਂ ਲਈ ਹੀ ਵਰਤੇ ਜਾਂਦੇ ਹਨ, ਪਰ ਕਈ ਵਾਰੀ ਪਸ਼ੂਆਂ, ਜਾਨਵਰਾਂ ਲਈ ਵੀ ਸੰਬੋਧਨੀ ਰੂਪ ਵਰਤੇ ਜਾਂਦੇ ਹਨ। ਕਿਵੇਂ? ਜਿਵੇਂ ਤੀਸਰਾ ਵਾਕ ਹੈ, ਬੱਲੇ ਕਬੂਤਰਾ ਬਹੁਤ ਉੱਚੀ ਉਡਾਰੀ ਮਾਰੀ ਹੈ। ਇਸ ਵਾਕ ਵਿੱਚ ਕਬੂਤਰ ਨੂੰ ਸੰਬੋਧਨ ਕੀਤਾ ਗਿਆ ਹੈ। ਬੱਲੇ ਕਬੂਤਰਾ ਸੰਬੋਧਨ ਕਾਰਕ ਹੈ। ਇਸ ਤੋਂ ਇਲਾਵਾ ਕਈ ਵਾਰ ਸਧਾਰਨ ਬੋਲਚਾਲ ਵਿੱਚ ਬੇਜਾਨ ਵਸਤਾਂ ਲਈ ਵੀ ਸੰਬੋਧਨੀ ਕਾਰਕ ਵਾਲੇ ਨਾਮ ਵਰਤੇ ਜਾਂਦੇ ਹਨ। ਜਿਵੇਂ ਚੌਥਾ ਵਾਕ ਹੈ, ਵਾਹ ਨੀ ਕਿਸਮਤੇ ਗਰੀਬ ਨੂੰ ਧਾਰ ਦਿੱਤਾ ਈ। ਇਹ ਵਾਕ ਕਿਸਮਤ ਨੂੰ ਸੰਬੋਧਨ ਹੈ। ਵਾਹ ਨੀ ਕਿਸਮਤੇ ਸੰਬੋਧਨ ਕਾਰਕ ਹੈ। ਪੰਜਵਾਂ ਵਾਕ ਹੈ, ਹਾਏ ਵੇ ਗੋਡਿਓ ਤੁਰਨ 'ਚ ਮੇਰੀ ਮਦਦ ਕਰੋ। ਇਸ ਵਾਕ ਵਿੱਚ ਗੋਡਿਆਂ ਨੂੰ ਸੰਬੋਧਨ ਕੀਤਾ ਗਿਆ ਹੈ। ਹਾਏ ਵੇ ਗੋਡਿਓ ਸੰਬੋਧਨ ਕਾਰਕ ਹੈ। ਇਹ ਸੀ
ਕਾਰਕ ਦੀਆਂ 8 ਕਿਸਮਾਂ ਜਿਨ੍ਹਾਂ ਬਾਰੇ ਅਸੀਂ ਗੱਲਬਾਤ ਕੀਤੀ ਹੈ। ਸੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬੀ ਵਿਆਕਰਨ ਕਾਰਕ, ਕਾਰਕੀ ਚਿੰਨ੍ਹ, ਕਾਰਕ ਰੂਪ, ਕਾਰਕ ਸਾਧਨਾ, ਨਾਮ ਦੀ ਕਾਰਕ ਸਾਧਨਾ, ਪੁਰਖਵਾਚਕ ਪੜਨਾਮ ਦੀ ਕਾਰਕ ਸਾਧਨਾ ਅਤੇ ਕਾਰਕ ਦੀਆਂ ਕਿਸਮਾਂ ਬਾਰੇ ਗੱਲਬਾਤ ਕੀਤੀ ਹੈ। ਧੰਨਵਾਦ।